ਮੁਕੱਦਮਾ। ਅੱਜ ਇੰਨੇ ਵਰ੍ਹਿਆਂ ਬਾਅਦ ਵੀ ਨਾਨੇ ਦੀਆਂ ਸੁਣਾਈਆਂ ਬਾਤਾਂ ਮੈਨੂੰ ਨਹੀਂ ਭੁੱਲਦੀਆਂ। ਕਿੰਨੇ ਸਾਲ ਪਹਿਲਾਂ ਜਦੋਂ ਠੀਕਰੀ ਵਾਲੀਆ ਦਿਆਲ ਸਿੰਘ ਜਾਇਦਾਦ ਬਾਰੇ ਜ਼ਿਆਦਾ ਸੂਹਾਂ ਕੱਢਣ ਲੱਗਿਆ ਤਾਂ ਨਾਨਾ ਚਰਨ ਸਿੰਘ ਨੇ ਵੈਲਥ ਟੈਕਸ ਤੋਂ ਬਚਣ ਬਹਾਨੇ ਇੱਕ ਦਿਨ ਬਚਨ ਸਿੰਘ ਨੂੰ ਕੋਲ ਬਿਠਾ ਕੇ ਸਲਾਹ ਕੀਤੀ ਅਤੇ ਬਚਿੱਤਰ ਸਿੰਘ ਨੂੰ ਜ਼ਮੀਨ ਜਾਇਦਾਦ ਦਾ ਆਮ ਮੁਖਤਿਆਰ ਬਣਾ ਦਿੱਤਾ। ਵੱਡੇ ਨਾਨੇ ਨੂੰ ਘਰ ਦੀ ਲਾਣੇਦਾਰੀ ਸੰਭਾਲਣੀ ਮੁਸ਼ਕਲ ਜਾਪਦੀ। ਛੋਟਾ ਇਸ ਪੱਖ ਤੋਂ ਪਹਿਲਾਂ ਹੀ ਤਿਆਗੀ ਵੈਰਾਗੀ ਸੀ। ਉਹ ਆਗੂ ਦੀ ਬਜਾਏ ਸਦਾ ਪਾਸ਼ੂ ਬਣਨ ਨੂੰ ਤਰਜੀਹ ਦਿੰਦਾ, ਸਿੱਧੀ ਜ਼ਿੰਮੇਵਾਰੀ ਤੋਂ ਬਚਦਾ। ਉਹਨਾਂ ਦੋਹਾਂ ਨੇ ਫਾਲੇ ਫਾਲੀਆਂ ਵਾਲੇ ਲੱਕੜ ਦੇ ਚਊ ਵਾਲੇ ਹਲ ਵਾਹੇ ਸਨ, ਜਿਹੜੇ ਬਾਰੀਕ ਸਿਆੜ ਕੱਢਦੇ। ਲੋਹੇ ਦੇ ਪੱਖੇ ਵਾਲੇ ਵੱਡੇ ਸਿਆੜ ਖੋਲ੍ਹਦੇ ਹਲਾਂ ਦੀ ਮੁਹਾਰਤ ਵੀ ਹਾਸਲ ਕੀਤੀ। ਉਹਨਾਂ ਰੀਂ ਰੀਂ ਟਿਕ ਟਿਕ ਕਰਦੇ ਹਲ ਠੱਕੇ ਸਨ। ਪੈੜੀਆਂ ਗਾਹੀਆਂ ਸਨ। ਹੁਣ ਟਰੈਕਟਰ ਆ ਚੁੱਕੇ ਸਨ। ਮੋਟਰ ਟਿਊਬਵੈੱਲਾਂ ਦਾ ਜ਼ਮਾਨਾ ਸੀ। ਟੋਕਾ ਮਸ਼ੀਨਾਂ, ਡਰਮੀਆਂ, ਥ੍ਰੈਸ਼ਰਾਂ ਤੱਕ ਦੀ ਉਹਨਾਂ ਨੂੰ ਜਾਣਕਾਰੀ ਸੀ। ਪਰ ਅੱਜ ਹੜੰਬਾ ਥ੍ਰੈਸ਼ਰਾਂ ਤੋਂ ਮਗਰੋਂ ਕੰਬਾਈਨਾਂ ਕਟਰ ਆ ਰਹੇ ਸਨ। ਖੇਤੀ ਦੇ ਇਹਨਾਂ ਨਵੇਂ ਸੰਦਾਂ, ਨਵਿਆਂ ਤੋਂ ਬਾਅਦ ਆਏ ਹੋਰ ਨਵੇਂ ਬੀਜਾਂ ਸਪਰੇਆਂ ਤੋਂ ਉਹ ਅਣਜਾਣ ਸਨ। ਨਾਨੇ ਦਾ ਪੋਤਾ ਅਨੂਪਾ ਹੁਣ 14 ਵਰ੍ਹਿਆਂ ਨੂੰ ਟੱਪ ਚੁੱਕਾ ਸੀ। ਨਾਨਾ ਚਰਨ ਸਿੰਘ ਨੂੰ ਵੀ 77ਵਾਂ ਛੱਡ ਹੁਣ 84ਵਾਂ ਸਾਲ ਚੱਲ ਰਿਹਾ ਸੀ। ਫੌਜੀ ਮਾਮਾ ਬੰਗਲਾਦੇਸ਼ ਵਾਲੀ ਜੰਗ ਜਿੱਤਣ ਮਗਰੋਂ ਕਿਹੜੇ ਵੇਲਿਆਂ ਦਾ ਡਿਸਚਾਰਜ ਆ ਗਿਆ ਸੀ। ਪਰ ਜਿਹੜੀ ਗੱਲ ਮੈਨੂੰ ਅਜੇ ਵੀ ਵਾਰ-ਵਾਰ ਟੁੰਬਦੀ, ਉਹ 14 ਸਾਲ ਪਹਿਲਾਂ ਅਨੂਪੇ ਦੇ ਜਨਮ ਮਗਰੋਂ ਦੀ ਹੈ, ਜਦੋਂ ਉਸਦੇ ਨਾਨਕਿਆਂ ਨਾਲ ਬਚਿੱਤਰ ਸਿੰਘ ਦਾ ਮੁਕੱਦਮਾ ਚੱਲਦਾ। ਨਾਨਾ ਚਰਨ ਸਿੰਘ ਦਾ ਧੱਕਿਆ ਧਕਾਇਆ ਉਹ ਕੈਲੋ ਮਾਸੀ ਨੂੰ ਟਰੈਕਟਰ ਉੱਤੇ ਬਿਠਾ ਕੇ ਪੰਜੀਰੀ ਲੈ ਕੇ ਢੀਂਡਸੇ ਗਿਆ ਸੀ। ਸ਼ਿਲੇ ਵਿੱਚੋਂ ਉੱਠੀ ਦਲਵੀਰ ਕੌਰ ਲਈ ਦਾਬੜਾ, ਅਨੂਪੇ ਵਾਸਤੇ ਟੂੰਬਾਂ, ਖੇਡਾਂ ਖਿਡੌਣਿਆਂ ਸਮੇਤ ਸਾਰੇ ਪਰਿਵਾਰ ਲਈ ਕਿੰਨਾ ਕੱਪੜਾ ਲੱਤਾ ਸੀ। ਇਹ ਕੀ ਹੈ? ਇਹੋ ਜਿਹੇ ਲੀੜੇ ਅੱਜ ਕੱਲ੍ਹ ਕੌਣ ਪਾਉਂਦਾ? ਦਲਵੀਰੋ ਦੀ ਢੀਂਡਸੇ ਵੱਸਦੀ ਛੁੱਟੜ ਭੈਣ ਕਾਕੀ ਨੇ ਟਰੰਕ ਖੋਲ੍ਹਦੀ ਸਾਰ ਨੱਕ ਵਿੱਚੋਂ ਠੂਹੇ ਸੁੱਟਣੇ ਸ਼ੁਰੂ ਕਰ ਦਿੱਤੇ। ਪੁਆਧਣਿਆਂ ਨੂੰ ਢਾਹੇ ਦੀ ਮਰਜ਼ਾਦਾ ਕੀ ਕਹਾਵੇ? ਤੁਹਾਡਾ ਵੀ ਕੀ ਕਸੂਰ ਹੈ? ਮਾਜਰੇ ਪਿੰਡਾਂ ਦੀ ਕਿਹੜੀ ਰਹੁ ਰੀਤ ਹੁੰਦੀ? ਕੋਈ ਨਗਰ ਹੁੰਦਾ ਤਾਂ ਦਾਬੜਾ ਲਿਆਉਣ ਲੱਗੇ ਪੂਰਾ ਸਰਦਾਰੀ ਠਾੜ ਦਿਖਾਉਂਦੇ। ਮਾਮਾ ਬਚਿੱਤਰ ਸਿੰਘ ਤਾਂ ਬੈੜ ਬੈੜ ਬੋਲਦੀ ਵੱਡੀ ਸਾਲੀ ਕਾਕੀ ਨੂੰ ਦੇਖ ਕੇ ਗੁੱਸਾ ਖਾ ਕੇ ਚਾਹ ਪੀਤੇ ਬਗੈਰ ਹੀ ਬਾਹਰ ਨਿਕਲ ਗਿਆ। ਵੱਟ ਜਿਹਾ ਤਾਂ ਕੈਲੋ ਮਾਸੀ ਨੂੰ ਵੀ ਜ਼ਰੂਰ ਚੜ੍ਹਿਆ। ਆਪ ਤਾਂ ਤੈਂ ਪੂਰਾ 1 ਸਾਲ ਸਹੁਰੀ ਨਹੀਂ ਕੱਟਿਆ, ਹੁਣ ਬਹੁਤੀ ਆ ਗਈਆਂ ਅਕਲ ਸ਼ਹੂਰ ਪਰਖਣ ਵਾਲੀ। ਮਨ ਹੀ ਮਨ ਚਿਤਾਰਦੀ ਮਾਸੀ ਭੂਸਰੀ ਹੋਈ ਕਾਕੀ ਵੱਲ ਦੇਖਦੀ, ਮੁਸਕਰਾਉਂਦੀ, ਸੋਚਦੀ ਰਹੀ। ਦਲਵੀਰੋ ਮਾਮੀ ਦੀ ਇਸ ਭੈਣ ਨੇ ਕਿਹੜਾ ਘਰ ਬੰਨ੍ਹਿਆ ਸੀ? ਵੱਡੇ ਨਗਰਾਂ ਵਾਲੀ ਕਿਹੜੀ ਮਰਜ਼ਾਦਾ ਪਾਲ ਦਿਖਾਈ ਸੀ? ਵਰੀ ਵਿੱਚ ਚੜ੍ਹਾਏ ਟੂੰਬ ਤਗਾਦਿਆਂ ਨੂੰ ਲੈਣ ਪਿੱਛੇ ਸੱਸ ਨਾਲ ਝਗੜ ਪਈ ਅਤੇ 15-20 ਦਿਨਾਂ ਦੀ ਧੀ ਨੂੰ ਨਾਲ ਲੈ ਕੇ ਚੁੰਨੀ ਚੁੱਕ ਕੇ ਪੇਕੀ ਆ ਵੜੀ ਸੀ। ਉਹਦੇ ਘਰ ਵਾਲੇ ਨੇ ਲੱਖਾਂ ਮਿੰਨਤਾਂ ਤਰਲੇ ਕੀਤੇ, ਪਰ ਜ਼ਿੱਦੀ ਕਾਕੀ ਨੇ ਮੁੜ ਕੇ ਕੁੱਲੇਵਾਲ ਪੈਰ ਨਹੀਂ ਪਾਇਆ। ਸਹੁਰਾ ਪੂਰਾ ਹੋ ਗਿਆ। ਸੱਸ ਨੇ ਸੁਨੇਹਾ ਭੇਜਿਆ, ਪਰ ਉਹ ਨਹੀਂ ਗਈ। ਗਹਿਣੇ ਸੰਭਾਲਣ ਲਈ ਸੱਦਿਆ ਤਾਂ ਵੀ ਉਹ ਨਹੀਂ ਗਈ। ਨਾ ਹੀ ਧੀ ਬਲਵੀਰੋ ਨੂੰ ਜਾਣ ਦਿੱਤਾ। ਉਸ ਦਾ ਦਿਓਰ ਦਰਾਣੀ ਆਪ ਆਏ, ਉਸ ਦੀ ਮਨ ਮਨੌਤੀ ਕੀਤੀ, ਪਰ ਉਹ ਟਸ ਤੋਂ ਮਸ ਨਹੀਂ ਹੋਈ। ਜੇ ਉਹਦਾ ਸਾਥੀ ਮਾਂ ਧੀ ਤੋਂ ਬਗੈਰ ਸਰਦਾ, ਅਸੀਂ ਵੀ ਔਖੀਆਂ ਸੌਖੀਆਂ ਨੇ ਇਕਣੇ ਸਮਾਂ ਕੱਢ ਲੈਣਾ, ਵਕਤ ਨੂੰ ਧੱਕਾ ਦੇਣਾ। ਜਿਉਣ ਜੋਗੀ ਤਾਂ ਤੁਸੀਂ ਮੈਨੂੰ ਛੱਡਿਆ ਹੀ ਨਹੀਂ, ਬਸ ਇਹੀ ਨੰਨਾ ਫੜ ਰੱਖਿਆ। ਅਤੇ ਹੁਣ ਉਹੀ ਔਰਤ ਆਪਣੀ ਛੋਟੀ ਭੈਣ ਦਲਵੀਰੋ ਦਾ
ਘਰ ਉਜਾੜਨਾ ਚਾਹੁੰਦੀ। ਬਚਿੱਤਰ ਮਾਮੇ ਨੇ ਖਿਝ ਕੇ ਸੱਚੀਆਂ ਸੁਣਾ ਦਿੱਤੀਆਂ। ਰੌਲਾ ਵੱਧਦਾ ਦੇਖ ਕੇ ਮਾਸੀ ਕੈਲੋ ਨੇ ਦੋਹਾਂ ਅੱਗੇ ਹੱਥ ਜੋੜੇ, ਕਾਕੀ ਨੂੰ ਸ਼ਾਂਤ ਕੀਤਾ। ਭੁੰਬਰੇ ਹੋਏ ਬਚਿੱਤਰ ਸਿੰਘ ਨੂੰ ਫੜ ਕੇ ਕੁਰਸੀ ਉੱਪਰ ਬਿਠਾਇਆ। ਨਿੱਕੇ ਅਨੂਪੇ ਨੂੰ ਗੋਦੀ ਚੁੱਕ ਕੇ ਲੋਰੀਆਂ ਦਿੱਤੀਆਂ। ਦਾਦਕਿਆਂ ਵੱਲੋਂ ਭੇਜੇ ਸਗਲੇ ਪਹਿਨਾਏ। ਸਾਊ ਨਾਨੇ ਦੁਆਰਾ ਚਮਕੌਰ ਸਾਹਿਬ ਤੋਂ ਲਿਆਂਦਾ ਸਰਬ ਲੋਹ ਦਾ ਕੜਾ ਧਾਰਨ ਕਰਵਾਇਆ। ਬਾਬੇ ਬਿਲਾਂ ਵਾਲੇ ਦੀ ਤਾਂਬੇ ਵਿੱਚ ਮੜਾਈ ਰੱਖ ਨਿੱਕੇ ਦੇ ਡੌਲੇ ਉੱਪਰ ਢਿੱਲੀ ਕਰਕੇ ਬੰਨ੍ਹ ਦਿੱਤੀ। ਚਾਹ ਲਾਡ ਕਰਦੀ ਨੇ ਆਪ ਦੁੱਧ ਪੀਤਾ, ਪੰਜੀਰੀ ਖਾਧੀ ਅਤੇ ਆਪਣੀ ਭਰਜਾਈ ਦਲਵੀਰ ਕੌਰ ਨਾਲ ਕੁਝ ਰਿਵਾਜ਼ਨ ਗੱਲਾਂ ਕੀਤੀਆਂ। ਆਉਣ ਲੱਗੀ ਵੱਡੀ ਮਾਸੀ ਨੇ ਇਉਂ ਮਾਹੌਲ ਨੂੰ ਪੂਰਾ ਸੁਖਾਵਾਂ ਬਣਾ ਦਿੱਤਾ। ਹੁਣ ਇਹ ਦੱਸੋ ਮਾਸੀ ਜੀ, ਤੁਸੀਂ ਸਾਡੇ ਅਨੂਪ ਸਿੰਘ ਔਰ ਉਹਦੀ ਮਾਂ ਨੂੰ ਰਾਏਪੁਰ ਕਿੱਦਣ ਭੇਜਦੇ ਹੋ? ਸਾਡਾ ਬਾਪੂ ਔਰ ਚਾਚਾ ਤਾਂ ਆਪਣੇ ਪੋਤੇ ਔਰ ਨੂੰਹ ਨੂੰ ਬਰਾਗੇ ਪਏ ਨੇ। ਬਾਪੂ ਨਾਲ ਤਾਂ ਇਹ ਰੋਜ਼ ਰਾਤ ਨੂੰ ਸੁਪਨੇ 'ਚ ਤੋਤਲੀਆਂ ਮੋਤਲੀਆਂ ਗੱਲਾਂ ਕਰਦਾ। ਦੋਵੇਂ ਦਾਦੀਆਂ ਇਹਨਾਂ ਦੋਹਾਂ ਨੂੰ ਦਾ ਨਿੱਤ ਰਾਹ ਦੇਖਦੀਆਂ। ਮਾਸੀ ਕਰਨੈਲ ਕੌਰ ਨੇ ਸੁਲ੍ਹਾ ਕਰਾਉਣ ਲਈ ਮਾਮੇ ਦੀ ਸੱਸ ਤੋਂ ਪੁੱਛਿਆ, ਪਰ ਮਾਂ ਦੀ ਥਾਂ ਹੋਛੀ ਕਾਕੀ ਦੁਬਾਰਾ ਬੋਲ ਪਈ। ਜਦੋਂ ਛਿਤਰੌਲ ਫੇਰ ਕੇ ਇੱਧਰ ਨੂੰ ਤੋਰਤੀ ਸੀ, ਉਸ ਵਕਤ ਤੁਹਾਡੇ ਬਾਪੂ ਔਰ ਚਾਚੇ ਨੂੰ ਕੁਛ ਨਹੀਂ ਦਿਖਿਆ? ਜਿੱਦਣ ਕਾਲਾ ਪੀਲਾ ਰੰਗ ਪਰਖਦੇ ਸੀ, ਉਦੋਂ ਤੁਹਾਡੇ ਬੁੜਿਆਂ ਨੇ ਅੱਖਾਂ 'ਤੇ ਪੱਟੀਆਂ ਬੰਨੀਆਂ ਹੋਈਆਂ ਸੀ ਜਾਂ ਕੰਨਾਂ 'ਚ ਬੁੱਜੇੜੇ ਹੋਏ ਸੀ? ਰੁੱਸੀ ਜਿਹੀ ਕਾਕੀ ਕੋਲੋਂ ਮੁੜ ਸਿੰਗੜੀ ਛੇੜੀ ਗਈ। ਤੂੰ ਚੁੱਪ ਕਰ ਵੱਡੀ ਬੀਬੀ। ਬਚਿੱਤਰ ਸਿੰਘ ਦੀ ਸੱਸ ਨੇ ਝਟਪਟ ਮੌਕਾ ਸੰਭਾਲਿਆ। ਉਸਨੇ ਅੱਗੇ ਆ ਕੇ ਆਪਣੇ ਜਵਾਈ ਦਾ ਸਿਰ ਪਲੋਸਿਆ। ਜਿੱਦਣ ਮਰਜ਼ੀ ਆ ਕੇ ਮਾਣ ਸਤਿਕਾਰ ਨਾਲ ਲੈ ਜਿਓ ਪੁੱਤਰਾ, ਅਸੀਂ ਥੋਤੋਂ ਨਾਬਰ ਥੋੜ੍ਹੋ ਹਾਂ। ਜਗੀਰ ਕੌਰ ਪੂਰੀ ਦਾਨੀ ਬੀਨੀ ਬਣੀ, ਫਿਰ ਆਪਣੇ ਬੇਸੋਝ ਦੋਤੇ ਨਾਲ ਗੱਲਾਂ ਕਰਨ ਲੱਗੀ। ਤੇਰੀ ਭੂਆ ਆਈ ਹੈ ਪੁੱਤ ਵੇ। ਆਹੋ, ਨਾਲੇ ਤੇਰਾ ਡੈਡੀ ਤੈਨੂੰ ਲੈ ਕੇ ਜਾਣ ਨੂੰ ਕਹਿੰਦੇ। ਤੇਰਾ ਬਾਬਾ ਤੈਨੂੰ ਬਹੁਤਾ ਯਾਦ ਕਰਦਾ ਹੈ। ਚਿੱਤੋਂ ਪਹਿਰ ਉਹਦੀ ਆਪਣੇ ਪੋਤੇ ਕੰਨੀਓਂ ਸੁਤਾ ਰਹਿੰਦੀ ਹੈ। ਮਲਵੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਭਾਈ। ਮਾਸੀ ਕਾਕੀ ਨੂੰ ਇੰਨਾ ਕਿੱਥੇ ਪਤਾ ਹੈ। ਆਪ ਵੀ ਵਾਤਸਲ ਰਸ ਨਾਲ ਸਰਸ਼ਾਰ ਹੋਈ ਜਗੀਰ ਕੌਰ ਦੋਤੇ ਨੂੰ ਹਸਾਉਂਦੀ ਬੁਲਾਉਂਦੀ ਸਿਆਣਿਆਂ ਵਾਂਗ ਗੱਲਾਂ ਕਰਦੀ ਪ੍ਰਾਹੁਣਿਆਂ ਨੂੰ ਦਰਵਾਜ਼ੇ ਤੱਕ ਛੱਡਣ ਆਈ। ਐਨ ਇਸ ਮੌਕੇ ਅੱਗੇ ਤੋਂ ਦਲਵੀਰ ਸਿੰਘ ਆ ਪਹੁੰਚਿਆ। ਉਸਨੇ ਟਰੈਕਟਰ ਰੋਕਿਆ, ਬਚਿੱਤਰ ਸਿੰਘ ਨਾਲ ਢਿੱਲਾ ਜਿਹਾ ਹੱਥ ਮਿਲਾਇਆ ਅਤੇ ਚੁੱਪਚਾਪ ਖੜੋ ਗਿਆ। ਤਕੜਾ ਹੈ ਵੀਰ ਵੇ? ਕੈਲੋ ਮਾਸੀ ਨੇ ਪੁੱਛਿਆ ਤਾਂ ਜਵਾਬ ਵਿੱਚ ਦਲਵੀਰੇ ਨੇ ਸਿਰਫ ਸਿਰ ਨਿਵਾਇਆ। ਐਂ ਕਰੀ ਵੀਰ ਨਾ, ਤੂੰ ਹੀ ਦਲਵੀਰ ਕੌਰ ਅਰ ਸਾਡੇ ਅਨੂਪ ਸਿੰਘ ਨੂੰ ਸ਼ਰਾਧਾਂ ਮਗਰੋਂ ਰਾਏਪੁਰ ਛੱਡ ਆਵੀਂ। ਵੱਡੀ ਮਾਸੀ ਨੇ ਆਉਣ ਜਾਣ ਵਿੱਚ ਪਿਆ ਅੜਿੱਕਾ ਤੋੜਨ ਦੀ ਨੀਤ ਨਾਲ ਆਖਿਆ। ਹੁਣ ਸਾਡੀ ਭੈਣ ਦੀਆਂ ਤਾਂਬੇ ਰੰਗੀਆਂ ਪਿੰਨੀਆਂ ਨੂੰ ਇਹ ਮੁੜ ਕੇ ਤਾਂ ਨਹੀਂ ਪਰਖੂਗਾ। ਤੂੰ ਨਾਲ ਆਏ ਆਪਣੇ ਸੱਕੇ ਸੁਧਰੇ ਭਾਈ ਨੂੰ ਪੁੱਛ ਲੈ ਬੀਬੀ। ਮੈਂ ਕਿਹਾ ਤਾਂਬੇ 'ਚੋਂ ਬਦਾਮੀ ਰੰਗ ਕੋਈ ਨਹੀਂ ਨਿਕਲਣਾ। ਭਰਾ ਨਾਲੋਂ ਕਾਹਲੀ ਪਈ ਕਾਕੀ ਫੇਰ ਚੁੱਪ ਨਾ ਰਹਿ ਸਕੀ। ਸਾਡੀ ਮਾਸੀ ਕਰਨੈਲ ਕੌਰ ਵੀ ਤਵਾਜ਼ਨ ਗੁਆ ਬੈਠੀ। ਆ ਦਾਦੀ ਬਦਸ਼ਗਨੀ ਵਾਲੀ ਕਹਾਣੀ ਤਾਂ ਸੱਚੀਓ ਦੁਹਰਾਤੀ ਕਾਕੀ ਭੈਣੇ। ਮਾਸੀ ਹੁਣ ਕਾਕੀ ਨੂੰ ਮਠਾਰ ਗੱਲਾਂ ਸੁਣਾਉਣ ਲੱਗੀ। ਜੰਨ ਚੜ੍ਹਦੀ ਵੇਲੇ ਦਾਦੀ ਨੂੰ ਉਹਦੇ ਘਰਦਿਆਂ ਨੇ ਫੜ ਕੇ ਅੰਦਰ ਡੱਕ ਦਿੱਤਾ, ਕਿਤੇ ਸ਼ਗਨਾਂ ਮੌਕੇ ਕੋਈ ਬੋਲ ਕਬੋਲ ਨਾ ਮੂੰਹੋਂ ਕੱਢ ਦੇਵੇ। ਪਰ ਦਾਦੀ ਕਿੱਕਣ ਹਟ ਜਾਂਦੀ। ਉਹਨੇ ਝੱਟ-ਪੱਟ ਟਾਕੀ ਖੋਲ੍ਹ ਲਈ ਅਰ ਤੇਰੇ ਵਾਂਗੂ ਮੂਹਰਲੇ ਪਾਸੇ ਆ ਕੇ ਬੁੜਕ ਪਈ। ਅਖੇ ਤੂੰ ਇਹਨਾਂ ਮਖੇਰਨਿਆਂ ਨੂੰ ਤਾਂ ਚੰਗੋਂ ਫੂਕ ਲੈਂਦਾ। ਸੋ ਸੀਗਾ ਤੇਰਾ ਹੈਗਾ ਭੈਣ ਮੇਰੀਏ। ਕੈਲੋ ਮਾਸੀ ਇਹ ਪਖਾਣਾ ਦੁਹਰਾਉਂਦੀ ਢੀਂਡਸੇ ਵਾਲਿਆਂ ਦੀ ਦੇਹਲੀ ਤੋਂ ਬਾਹਰ ਹੋ ਗਈ। ਉਸਨੇ ਸੁਣਿਆ ਹੋਇਆ ਸੀ ਕਿ ਵਿਪਰੀ ਹੋਈ ਕਾਕੀ ਪਹਿਲਾਂ ਬੰਦਿਆਂ ਵਾਲੀਆਂ ਗਾਲਾਂ ਕੱਢਦੀ। ਆਪਣੇ ਵਿਰੋਧੀ ਨੂੰ ਚੁੱਪਚਾਪ ਚੁੱਕ ਕੇ ਗੋਡਿਆਂ ਥੱਲੇ ਰੱਖਣ ਦੀ ਵੀ ਉਸ ਕੋਲ ਘੌਲ ਨਹੀਂ ਸੀ। ਪਰ ਅੱਜ ਕਚੀਚੀਆਂ ਵੱਢਦੀ ਕਾਕੀ ਦੇ ਮੂੰਹ ਉੱਪਰ ਜਗੀਰ ਕੌਰ ਨੇ ਆਪਣਾ ਹੱਥ ਰੱਖ ਦਿੱਤਾ। ਸਾਹਮਣੇ ਖੜਾ ਦਲਵੀਰਾ ਵੀ ਉਸ ਵੱਲ ਅੱਖਾਂ ਕੱਢਦਾ ਰਿਹਾ। ਉਡੀਕ ਕੇ ਇੱਕ ਵਾਰੀ ਫੇਰ ਮਾਸੀ ਮਾਸੜ ਅਤੇ ਬਚਿੱਤਰ ਸਿੰਘ ਦਲਵੀਰੋ ਮਾਮੇ ਨੂੰ ਲੈਣ ਗਏ ਤਾਂ ਮੇਵਾ ਸਿੰਘ ਆਫਰ ਗਿਆ। ਤੁਸੀਂ ਤੇਲ ਦੇਖੋ, ਤੇਲ ਦੀ ਧਾਰ ਦੇਖੋ ਸਰਦਾਰ ਸਾਹਿਬ। ਹੁਣ ਸਾਰਾ ਢੀਂਡਸਾ ਟੱਬਰ ਉਹਨਾਂ ਨੂੰ ਵੱਢ ਖਾਣ ਨੂੰ ਪੈ ਨਿਕਲਿਆ। ਬਚਿੱਤਰ ਸਿੰਘ ਦੀ ਸਾਲੇਹਾਰ ਗੁਰਦੇਵ ਕੌਰ ਨੂੰ ਛੱਡ ਕੇ ਹਰੇਕ ਆਪਣੇ ਸਿੰਘ ਤਿੱਖੇ ਕਰੀ ਫਿਰਦਾ
ਜਿਵੇਂ ਖੌਰੂ ਵੱਢਦਾ। ਅਖੇ ਉਹ ਰਾਏਪੁਰੀਆਂ ਨੂੰ ਨੱਕ ਨਾਲ ਚਣੇ ਚਬਾ ਕੇ ਹੀ ਸਾਹ ਲੈਣਗੇ। ਉਹਨਾਂ ਮਹਿਤੋਤ ਵਾਲਾ ਰਿਸ਼ਤਾ ਛੱਡਣ ਦੀ ਹਿੰਮਤ ਕਿਵੇਂ ਕੀਤੀ? ਅਸਲੀ ਰਮਜ਼ ਮਾਸੀ ਮਾਸੜ ਅਤੇ ਮਾਮੇ ਨੂੰ ਹੁਣ ਸਮਝ ਲੱਗੀ। ਢੀਂਡਸਾਂ ਵਾਲਿਆਂ ਦਾ ਤੇਜ਼ ਸੁਭਾਅ ਦੇਖ ਕੇ ਹੀ ਉਹਨਾਂ ਫੌਜੀ ਦੁਰਲੱਭ ਸਿੰਘ ਨੂੰ ਪਾਇਆ ਸ਼ਗਨ ਚੁੱਪਚਾਪ ਮੋੜ ਦਿੱਤਾ ਸੀ। ਤਾਂ ਹੀ ਸਾਰਾ ਢੀਂਡਸਾ ਪਰਿਵਾਰ ਅੱਜ ਝਰਾਟੇ ਛੱਡ ਰਿਹਾ ਸੀ। ਅਸੀਂ ਦੇਖਾਂਗੇ ਮਹਿਤੋਤਾਂ ਵਾਲੀ ਮੰਗ ਨੂੰ ਕਿਵੇਂ ਨਹੀਂ ਵਿਆਹ ਕੇ ਲਿਆਉਂਦੇ ਤੁਸੀਂ। ਸਾਡੇ ਘਰ ਦਲਵੀਰੋ ਅਰ ਸਾਡੇ ਦੋਤੇ ਜੋਗਾ ਰਿਜ਼ਕ ਬਥੇਰਾ ਹੈ। ਅੰਨ ਧਨ ਦੀ ਕੋਈ ਤੋਟ ਨਹੀਂ। ਤੁਸੀਂ ਮੇਰੇ ਸਾਕਾਂ ਦਾ ਰਿਸ਼ਤਾ ਛੱਡਣ ਵਾਲੇ ਹੁੰਦੇ ਕੌਣ ਹੋ? ਮੇਵਾ ਸਿੰਘ ਬੜਕਾ ਮਾਰਦਾ। ਧੀਆਂ ਤਾਂ ਰਾਜੇ ਰਾਣਿਆਂ ਤੋਂ ਨਹੀਂ ਘਰੇ ਰੱਖੋਈਆਂ ਮਾਸਟਰ ਜੀ। ਤੁਸੀਂ ਸਾਡੀ ਬੇਨਤੀ ਮੰਨੋ ਅਰ ਸਾਡੀ ਘਰ ਆਇਆਂ ਦੀ ਲਾਜ ਰੱਖੋ। ਕਹਿਲੋ ਮਾਸੀ ਨੇ ਮਿੰਨਤ ਸਮਾਜਤ ਕੀਤੀ। ਰਾਜੇ ਰਾਣਿਆਂ ਤੋਂ ਨਹੀਂ ਰੱਖੋਈਆਂ ਨਾ ਸਹੀ ਬੀਬਾ, ਪਰ ਮੈਂ ਆਪਣੀ ਦਲਵੀਰੋ ਅਰ ਦੋਤੇ ਅਨੂਪ ਸਿੰਘ ਨੂੰ ਵੀ ਰੱਖ ਕੇ ਦਿਖਾ ਦਊਂਗਾ। ਢੀਂਡਸਿਆਂ ਵਾਲੇ ਬੁੜੇ ਦਾ ਪਾਰਾ ਹੇਠਾਂ ਨਹੀਂ ਸੀ ਆ ਰਿਹਾ। ਨਿਬਣਾ ਝੁਕਣਾ ਉਹ ਜਾਣਦਾ ਨਹੀਂ ਸੀ। ਮੈਂ ਕਿਹਾ ਸਾਡੀ ਲੜਕੀ ਦਾ ਰੰਗ ਪਰਖਣ ਨੂੰ ਇਹ ਆਪ ਕਿੱਧਰਲਾ ਜੂਸਫ ਗੱਜਿਆ। ਮੇਵਾ ਸਿੰਘ ਸਿੱਧਾ ਗਲ ਪੈਣ ਨੂੰ ਤਹੂ ਹੋਇਆ ਫਿਰਦਾ। ਹੁਣ ਬਚਿੱਤਰ ਸਿੰਘ ਦੇ ਭੜਕ ਜਾਣ ਦਾ ਖਤਰਾ ਸੀ, ਸੋ ਮਾਸੜ ਹਾਕਮ ਸਿੰਘ ਨੇ ਬੇਰੰਗ ਮੁੜਨਾ ਹੀ ਬਿਹਤਰ ਸਮਝਿਆ। ਹੁਣ ਖੈਰ ਨਹੀਂ ਬਚਿੱਤਰ ਸਿਆਂ। ਜਦੋਂ ਜੀਪ ਪਿੰਡ ਤੋਂ ਬਾਹਰ ਆ ਗਈ ਤਾਂ ਮਾਸੜ ਮੁਸਕਰਾਇਆ। ਉਸਦੇ ਦੱਸਣ ਮੁਤਾਬਕ ਮੂਰਖ ਬੰਦਾ ਕੋਈ ਲਾਭ ਹਾਨੀ ਨਹੀਂ ਦੇਖਦਾ, ਉਹ ਸਿਰਫ ਦੂਜੇ ਦੀ ਪੱਗ ਲਾਉਣੀ ਜਾਣਦਾ ਹੁੰਦਾ। ਉਹਨੂੰ ਮਹਾਂਕੱਬਾ ਆਖਦੇ। ਮਹਾਂਕੱਬੇ ਨੂੰ ਕਾਬੂ ਕਰਨ ਵਾਲਾ ਮੰਤਰ ਅਜੇ ਤੱਕ ਤਾਂ ਕੋਈ ਮਿਲਿਆ ਨਹੀਂ। ਇਹ ਤਾਂ ਸਾਰੇ ਚੰਗਿਆੜੇ ਛੱਡਦੇ। ਧੰਨ ਹੈ ਤੇਰੀ ਸਾਲੇਹਾਰ ਗੁਰਦੇਵ ਕੌਰ, ਜਿਹੜੀ ਇਹਨਾਂ ਹਰ ਵਕਤ ਭਰੀਆਂ ਦੁਨਾਲੀਆਂ 'ਚ ਸਲਾਮਤ ਬਚੀ ਹੋਈ ਹੈ। ਅਗਲੇ 6 ਮਹੀਨਿਆਂ ਦੌਰਾਨ ਪਿਆਦੇ ਰਾਹੀਂ ਅਦਾਲਤੀ ਨੋਟਿਸ ਰਾਏਪੁਰ ਪਹੁੰਚ ਗਿਆ। ਢੀਂਡਸੇ ਪਰਿਵਾਰ ਵੱਲੋਂ ਸਮਰਾਲੇ ਦਾਅਵਾ ਦਾਇਰ ਕੀਤਾ ਜਾ ਚੁੱਕਾ ਸੀ। ਦਲਵੀਰ ਕੌਰ ਅਤੇ ਨਿੱਕੇ ਅਨੂਪੇ ਲਈ ਗੁਜ਼ਾਰਾ ਭੱਤਾ ਮੰਗਿਆ ਗਿਆ ਸੀ। ਬਚਿੱਤਰ ਸਿੰਘ ਨੇ ਵੀ ਵਕੀਲ ਕਰ ਲਿਆ। ਹੁਣ ਅਸਲ ਲੜਾਈ ਖੜਕੀ ਸੀ। ਦੋਵੇਂ ਧਿਰਾਂ ਆਪੋ ਆਪਣੀ ਥਾਂ ਡਟੀਆਂ ਫਿਰਦੀਆਂ। ਫੈਸਲਾ ਹੋਣਾ ਇੰਨਾ ਆਸਾਨ ਨਹੀਂ ਸੀ। ਬਚਿੱਤਰ ਸਿੰਘ ਨੇ ਇੱਕੋ ਰੱਟ ਲਗਾ ਰੱਖੀ ਸੀ। ਉਹ ਆਪਣੀ ਘਰਵਾਲੀ ਅਤੇ ਬੱਚੇ ਨੂੰ ਲੈ ਜਾਣ ਲਈ ਰਾਜ਼ੀ ਸੀ। ਫਿਰ ਗੁਜ਼ਾਰਾ ਭੱਤਾ ਵਸੂਲਣਾ ਕਿਵੇਂ ਬਣਦਾ? ਮੇਵਾ ਸਿੰਘ ਅਨੁਸਾਰ ਉਸ ਦੀ ਧੀ ਦੀ ਜਾਨ ਨੂੰ ਖਤਰਾ ਸੀ। ਜੱਜ ਦੋਹਾਂ ਪਰਿਵਾਰਾਂ ਦੇ ਤੇਵਰ ਦੇਖਦਾ ਅਤੇ ਲੰਬੀ ਤਾਰੀਖ ਪਾ ਦਿੰਦਾ। ਨਵੀਂ ਤਾਰੀਖ ਵਾਲੇ ਦਿਨ ਦੋਵੇਂ ਧਿਰਾਂ ਇੱਕ ਦੂਜੀ ਉੱਪਰ ਲੂਰੀਆਂ ਲੈਂਦੀਆਂ, ਕਚਹਿਰੀ ਬਾਹਰ ਪਏ ਬੈਂਚ ਤੋੜਦੀਆਂ, ਆਥਣ ਨੂੰ 5 ਵਜੇ ਰੁੱਸੇ ਹੋਏ ਮੂੰਹ ਲਈ ਵਾਪਸ ਮੁੜ ਜਾਂਦੀਆਂ। ਇਹਨਾਂ ਦਿਨਾਂ ਵਿੱਚ ਰੋਪੜੀਆ ਅਤਰ ਸਿੰਘ ਹਰਕਤ ਵਿੱਚ ਆਇਆ ਅਤੇ ਉਸਨੇ ਫੌਜੀ ਮਾਮੇ ਨੂੰ ਨਵਾਂ ਰਿਸ਼ਤਾ ਕਰਵਾ ਦਿੱਤਾ। ਵਿਆਹ ਦੇ ਰੌਣਕ ਮੇਲੇ ਦੌਰਾਨ ਮੁਖਤਿਆਰ ਆਮ ਬਚਿੱਤਰ ਸਿੰਘ ਨੇ ਸਮੁੱਚੀ ਜ਼ਮੀਨ ਦੀ ਰਜਿਸਟਰੀ ਦੁਰਲੱਭ ਸਿੰਘ ਦੇ ਨਾਂ ਕਰਵਾ ਦਿੱਤੀ। ਤੁਰੰਤ ਇੰਤਕਾਲ ਹੋਇਆ। ਕੁਝ ਮਹੀਨਿਆਂ ਮਗਰੋਂ ਫੌਜੀ ਮਾਮੇ ਨੇ ਖੁੱਲ੍ਹਦਿਲੀ ਦਿਖਾਉਂਦਿਆਂ ਅੱਧੀ ਜਾਇਦਾਦ ਵੱਡੇ ਮਾਮੇ ਨੂੰ ਬੈਅ ਕਰਕੇ ਕੈਲੋ, ਜੈਲੋ ਅਤੇ ਗਿਆਨੋ ਸਮੇਤ ਤਿੰਨਾਂ ਕੁੜੀਆਂ ਦਾ ਅੜਿੱਕਾ ਖਤਮ ਕਰ ਦਿੱਤਾ। ਇਹ ਗੱਲ ਮੈਨੂੰ ਬਹੁਤ ਅਰਸੇ ਪਿੱਛੋਂ ਹਰਨਾਮ ਸਿੰਘ ਉਂਗਲੀ ਵੱਢ ਨੇ ਦੱਸੀ ਸੀ। ਫੌਜ ਦੇ ਮੁਕਾਬਲੇ ਦੁਰਲੱਭ ਸਿੰਘ ਨੂੰ ਖੇਤੀ ਬਿਹਤਰ ਜਾਪਦੀ। ਫੌਜ ਵਿੱਚ ਮਿਲਦੀ ਮਾਸਿਕ ਤਨਖਾਹ ਦੇਸੀ ਖੰਡ ਦੇ 1 ਕੁਆਂਟਲ ਦਾ ਮੁੱਲ ਵੀ ਨਹੀਂ ਸੀ। ਮਾਮਿਆਂ ਨੇ ਉਸ ਸਾਲ 10 ਕਿੱਲੇ ਕਮਾਦ ਬੀਜਿਆ ਅਤੇ ਜਦੋਂ ਖੰਡ ਦਾ ਭਾਅ ਪਹਿਲੀ ਵਾਰ ਅਸਮਾਨੀ ਚੜ੍ਹਿਆ ਸੀ, ਅੱਗੇ ਬਿਹਤਰੀ ਹੀ ਬਿਹਤਰੀ ਸੀ। ਜਿਵੇਂ ਗ੍ਰਾਮ ਸੇਵਕ ਸੁੱਚਾ ਸਿੰਘ ਦੱਸਦਾ ਰਿਹਾ ਸੀ, ਖੁਸ਼ਹਾਲੀ ਉਹਨਾਂ ਦਾ ਰਾਹ ਦੇਖ ਰਹੀ ਸੀ। ਹੁਣ ਜ਼ਮੀਨ ਸੋਨਾ ਉਗਲਦੀ। ਫੌਜ ਵਿੱਚ ਪਰਿਵਾਰ ਤੋਂ ਪਰੇ ਭੁੱਖੇ ਤਿਹਾਏ ਬੰਦਰਾਂ ਵਿੱਚ ਬੱਝੇ ਰਹਿਣ ਦਾ ਕੀ ਅਰਥ ਰਹਿ ਗਿਆ ਸੀ? ਅੱਜ ਇੰਨੇ ਸਾਲਾਂ ਬਾਅਦ ਮੈਨੂੰ ਮਿੱਠੀ ਨਾਨੀ ਦਾ ਮੋਹ ਮੁੜ ਸਤਾਉਂਦਾ ਹੈ। ਉਸ ਦੀ ਜ਼ੁਬਾਨ ਉੱਪਰ ਜਿਵੇਂ ਪਤਾਸੇ ਪਏ ਹੁੰਦੇ। ਉਹ ਬੋਲਦੀ ਤਾਂ ਫੁੱਲ ਕਿਰਦੇ, ਉਦਰੇ ਹੋਏ ਨੂੰ ਬੱਖੀ ਨਾਲ ਲਾਉਂਦੀ ਤਾਂ ਮੇਰਾ ਡੁਸਕਣਾ ਬੰਦ ਹੋ ਜਾਂਦਾ। ਹੁਣ ਗਲੀ ਗੁਆਂਢ ਦੀਆਂ ਤਰੀਮਤਾਂ ਜ਼ਿਆਦਾ ਉਸੇ ਦੀ ਚੌਂਕੀ ਭਰਦੀਆਂ। ਵੱਡੀ ਨਾਨੀ ਦੇ ਆਖਣ ਅਨੁਸਾਰ ਨਿੰਦਿਆ ਪਾਠ ਕਰਦੀਆਂ, ਪਰ ਦੁਖੀਏ ਦਾ ਦੁੱਖ ਸੁਣਦੀ ਅਮਰ ਕੌਰ ਜਿਵੇਂ ਦੁਖਿਆਰੀ ਔਰਤ ਦੇ ਢਿੱਡ ਵਿੱਚ ਵੜ ਜਾਂਦੀ। ਆਉਣ ਵਾਲੀ ਤੀਵੀਂ ਉਸ ਅੱਗੇ ਆਪਣਾ ਹਿਰਦਾ ਖੋਲ੍ਹ ਕੇ ਰੱਖ ਦਿੰਦੀ, ਪੱਤ ਪੱਤ ਫੋਲਦੀ।
ਮਾਮਿਆਂ ਪਾਸੋਂ ਧੱਕੇ ਨਾਲ ਉਗਰਾਹੀ ਜਿਣਸ ਵਿੱਚੋਂ ਵਾਧੂ ਦਾਣਾ ਫੱਕਾ ਉਹ ਲੋੜਵੰਦਾਂ ਵਿੱਚ ਵੰਡਣ ਲੱਗੀ ਵੀ ਰਤਾ ਢਿੱਲ ਨਾ ਦਿਖਾਉਂਦੀ। ਕਣਕ ਮੱਕੀ ਗੁੜ ਸ਼ੱਕਰ ਚਾਵਲਾਂ ਨਾਲ ਆਪਣੇ ਛੱਤ ਨੂੰ ਲੱਗਦੇ ਜਿਸਤੀ ਢੋਲ ਭਰ ਰੱਖਦੀ। ਧੌਂਸ ਦਿਖਾਉਂਦਿਆਂ ਮਾਮਿਆਂ ਦੇ ਕਿੱਲੇ ਤੋਂ ਖੋਲ੍ਹੀ ਕਿਸੇ ਇਨਾਮੀ ਲਵੇਰੀ ਦਾ ਹਰ ਰੋਜ਼ ਦੁੱਧ ਚੋਂਦੀ, ਆਪਣੇ ਵਿਹੜੇ ਵਿੱਚ ਬੰਨ੍ਹਦੀ। ਪਰ ਕੱਖ ਪੱਠਾ ਦਾਣਾ ਫੱਕਾ ਸਾਂਝੇ ਥਾਂ ਤੋਂ ਪਾਉਂਦੀ। ਉਸ ਦੀ ਜਾਲੀਦਾਰ ਅਲਮਾਰੀ ਵਿੱਚ ਰੱਖਿਆ ਚੀਨੀ ਮਿੱਟੀ ਦਾ ਚਿੱਤਮ-ਚਿੱਤਾ ਕੌਲਾ ਮੱਖਣ ਨਾਲ ਸਦਾ ਢੱਕਿਆ ਰਹਿੰਦਾ। ਉਹ 10ਵੀਂ ਵਾਲੇ ਦਿਨ ਦੇਸੀ ਘਿਓ ਦਾ ਕੜਾਹ ਕਰਦੀ, ਸ਼ਹੀਦ ਸਿੰਘਾਂ ਦਾ ਮੱਥਾ ਟੇਕਦੀ ਅਤੇ ਦਰਵਾਜ਼ੇ ਜਾ ਕੇ ਖੁੱਲ੍ਹੇ ਗੱਫੇ ਵਰਤਾਉਂਦੀ। ਉੱਥੇ ਬੈਠੇ ਲੋਕਾਂ ਦੀਆਂ ਕੁੱਖਾਂ ਕਢਵਾ ਦਿੰਦੀ। ਅੱਜ ਤਾਂ ਚਿੱਟੀਏ ਮੈਂ ਮੂੰਹ ਸਲੂਣਾ ਹੀ ਕਰੂੰਗਾ। ਮਿੱਠੀ ਦੇ ਕੜਾਹ ਪ੍ਰਸ਼ਾਦ ਨੇ ਜਾਣੀ ਦੀ ਡਿੱਕੀ ਕਰੀ ਪਈ ਹੈ। ਉਂਗਲੀ ਵੱਢ ਹਰਨਾਮ ਸਿੰਘ ਆਪਣੇ ਵਿਹੜੇ ਵੜਦਾ, ਦੂਰੋਂ ਚਿੱਟੀ ਨਾਨੀ ਨੂੰ ਮੁਖਾਤਬ ਹੁੰਦਾ। ਸਾਊ ਨਾਨੇ ਦੇ ਸਿੰਘ ਸਜਣ ਮਗਰੋਂ ਸਾਰੇ ਲੋਕ ਅਮਰ ਕੌਰ ਨੂੰ ਮਿੱਠੀ ਸਿੱਖਣੀ ਆਖਦੇ। ਬੇਸ਼ੱਕ ਬਚਨ ਸਿੰਘ ਉਸ ਦੀ ਦੇਹਲੀ ਘੱਟ ਹੀ ਪੈਰ ਪਾਉਂਦਾ, ਜਦੋਂ ਦਰ ਵੜਦਾ ਤਾਂ ਖੜਕਾ ਦੜਕਾ ਹੋ ਜਾਂਦਾ। 10ਵੀਂ ਵਾਲੇ ਦਿਹਾੜੇ ਉਹ ਸਾਨੂੰ ਗੁੱਝੇ ਇਸ਼ਾਰੇ ਨਾਲ ਸੱਦ ਲੈਂਦੀ, ਬਾਹਰੋਂ ਖੇਡ ਕੇ ਆਇਆਂ ਨੂੰ ਅੰਦਰ ਬੁਲਾਉਂਦੀ। ਵੱਡੀ ਨਾਨੀ ਵੱਲੋਂ ਲੱਖ ਵਰਜਣ ਹਟਕਣ ਦੇ ਬਾਵਜੂਦ ਮੈਂ ਅਤੇ ਦੀਪਾ ਚੋਰਾਂ ਵਾਂਗ ਪੈਰ ਦੱਬਦੇ ਮਿੱਠੀ ਦਾ ਹੁਕਮ ਮੰਨਦੇ। ਖੂੰਜੇ ਬਹਿ ਕੇ ਮਿੱਠਾ ਠੰਡਾ ਲੱਪ ਗੜੱਪੇ ਕਰਕੇ ਖਾਂਦੇ। ਮੀਸਣੇ ਬਣ ਕੇ ਫੇਰ ਪ੍ਰੀਤਮ ਕੌਰ ਵੱਲ ਜਾ ਸੌਂਦੇ। ਉਹ ਤੋਂ ਬਚਣ ਦੀ ਲੋੜ ਹੈ ਪੁੱਤ ਵੇ। ਭੈਣ ਬੇਸ਼ੱਕ ਉਹ ਮੇਰੀ ਓ ਹੈ, ਪਰ ਕਚੱਜੀ ਦੇ ਚਾਲੇ ਬੜੇ ਪੁੱਠੇ ਨੇ। ਗੁਰੂ ਮਹਾਰਾਜ ਨੂੰ ਛੱਡ ਕੇ ਸਾਧਾਂ ਸਿਆਣਿਆਂ ਦੇ ਮਗਰ ਲੱਗੀ ਫਿਰਦੀ ਹੈ ਖੋਤੜੀ। 100 ਧਾਗੇ ਸੂਤੇ ਕਰਾਉਂਦੀ ਹੈਗੀ ਮੁੰਨੜੀ। ਨਾਨੀ ਮੇਰੇ ਸਿਰ ਵਿੱਚ ਹੱਥ ਫੇਰਦੀ, ਸੰਸਾ ਜ਼ਾਹਰ ਕਰਦੀ। ਤੁਸੀਂ ਤਾਂ ਪੁੱਤਰੋ ਮੇਰੀਆਂ ਦੋਹਾਂ ਬੀਬੀਆਂ ਦੀ ਇਮਾਨਤ ਹੈਗੇ ਹੋ। ਨਾ ਜਾਣੀਏ ਖੁੱਥੜ ਤੁਹਾਨੂੰ ਕੁਛ ਮਾੜਾ ਮੰਦਾ ਖਿਲਾ ਪਿਲਾ ਕੇ ਗਾਲ ਕੇ ਰੱਖ ਦੇਵੇ। ਦੋਹਾਂ ਭੈਣਾਂ ਵਿਚਕਾਰ ਇਹ ਬੇਵਿਸ਼ਵਾਸੀ ਇਹਨਾਂ ਵਰ੍ਹਿਆਂ ਦੌਰਾਨ ਹੀ ਪੈਦਾ ਹੋਈ ਸੀ। ਮਿੱਠੀ ਦੀ ਕੁੱਛੜ 'ਚ ਵੜ ਕੇ ਕੁਛ ਲੈ ਕੇ ਮੂੰਹ 'ਚ ਨਾ ਪਾਇਆ ਕਰੋ ਵੇ ਸਿੱਧਰਿਓ, ਜਾ ਜਾਂਦੀ ਹੋ ਜੂ ਮੂਰਖ ਮੁੰਡਿਓ। ਕਹਿ ਮਾਸੀ ਤੇ ਮੇਰੀ ਮਾਂ ਸਾਨੂੰ ਅਲੱਗ ਡਰਾਉਂਦੀਆਂ। ਅਸੀਂ ਥੋੜ੍ਹੀ ਦੇਰ ਲਈ ਦਹਿਲ ਜਾਂਦੇ, ਪਰ ਮਿੱਠੀ ਨਾਨੀ ਦੀ ਅਪਣੱਤ ਭਰੀ ਮੁਸਕਰਾਹਟ ਦੇਖ ਕੇ ਸਾਰੇ ਡਰ ਭੈ ਕਾਫੂਰ ਹੋ ਜਾਂਦੇ। ਆਓ ਮੇਰੇ ਸਾਹਿਬਜ਼ਾਦਿਓ ਅਰਦਾਸ ਕਰੀਏ। ਦੋਤੇ ਤਾਂ ਕਹਿੰਦੇ ਦਿਉਤਿਆਂ ਵਰਗੇ ਹੁੰਦੇ ਨੇ। ਉਹ ਸਾਨੂੰ ਅੰਦਰ ਦਰਵਾਜ਼ੇ ਉਹਲੇ ਅਲਮਾਰੀ ਸਾਹਮਣੇ ਲੈ ਜਾਂਦੀ, ਜਿੱਥੇ ਇੱਕ ਖਾਨੇ ਵਿੱਚ ਖਾਲਸ ਘਿਓ ਦੀ ਜੋਤ ਜਗਦੀ। ਇਨਸਾਫ ਦੀ ਆਸ ਇੱਕ ਤੇਰੇ ਕੋਲੋਂ ਰੱਖੀ ਹੈ ਸੱਚਿਆ ਪਾਤਸ਼ਾਹ, ਹੋਰ ਸੁਣਦਾ ਕੋਈ ਨਹੀਂ ਦਾਤਿਆ। ਉਹ ਖੜੀ ਖੜੋਤੀ ਕਿੰਨੀ ਦੇਰ ਅਰਦਾਸਾਂ ਕਰੀ ਜਾਂਦੀ, ਅੱਥਰੂ ਬਹਾਉਂਦੀ ਰਹਿੰਦੀ। ਭਲਾ ਆਪਣੀ ਮਿੱਠੀ ਰੋਂਦੀ ਕਿਉਂ ਰਹਿੰਦੀ ਹੈ ਨਾਨੀ ਜੀ? ਇੱਕ ਰਾਤ ਜਦੋਂ ਪ੍ਰੀਤਮ ਕੌਰ ਚਿੜੀ ਦੇ ਬੱਚਿਆਂ ਨੂੰ ਮਤਰੇਈ ਵੱਲੋਂ ਭਖੜੇ ਦੇ ਕੰਡੇ ਖਵਾ ਕੇ ਮਾਰਨ ਵਾਲੀ ਬਾਤ ਸੁਣਾ ਕੇ ਚੁੱਪ ਹੋਈ ਤਾਂ ਮੈਂ ਪੁੱਛਿਆ, ਪਤਾ ਨਹੀਂ ਮਿੱਠੀ ਨਾਨੀ ਨੇ ਮੈਨੂੰ ਉਸ ਮਰ ਚੁੱਕੀ ਮਾਂ ਚਿੜੀ ਵਰਗੀ ਕਿਉਂ ਜਾਪਦੀ, ਜਿਸ ਦੇ ਆਖਰੀ ਵਾਅਦੇ ਨੂੰ ਭੁੱਲ ਕੇ ਨਾ ਸ਼ੁਕਰੇ ਚਿੜੇ ਨੇ ਉਹਦੇ ਵੋਟਾਂ ਵਾਸਤੇ ਮਤੇਈ ਮਾਂ ਸਹੇੜ ਲਈ ਸੀ। ਉਸ ਕਲਜੋਗਣ ਤੋਂ ਮੇਰੀ ਫੁਲਵਾੜੀ ਜੜੀ ਨਹੀਂ ਜਾਂਦੀ ਮਲਵੇ। ਉਹ ਔਤਣੀ ਦਿਲ ਦੀ ਖੋਟੀ ਜੋ ਹੋਈ। ਤੇਰੇ ਮਾਮੇ ਸਕੇ ਪੁੱਤਾਂ ਨਾਲੋਂ ਉਹਦਾ ਵੱਧ ਫਿਕਰ ਕਰਦੇ। ਜਿਹੜੀਆਂ ਦਰਾਂ ਤੱਕ ਧਾਕਾਂ ਲੱਗੀਆਂ ਉਹ ਸਾਰੀ ਮੇਰੇ ਲਾਲਾਂ ਦੀ ਉਹ ਕਮਾਈ ਹੈਗੀ, ਪਰ ਉਹ ਨਾ ਸ਼ੁਕਰੀ ਤੀਵੀਂ ਸਾਡਾ ਪਿੱਛਾ ਤਕਾਉਂਦੀ। ਅਨੋਖੇ ਜੁੱਤੀਆਂ ਵਾਲੇ ਵਾਂਗੂ ਪੱਥਰੀ ਥੱਲੇ ਦੀਵਾ ਬਾਲਦੀ ਹੈ। ਵੱਡੀ ਨਾਨੀ ਦਾ ਚਿਹਰਾ ਉਸ ਦਿਨ ਮੈਨੂੰ ਪਹਿਲੀ ਵਾਰ ਕੁਝ ਵਿਗੜਿਆ ਜਾਪਿਆ। ਦੀਵਾ ਬਾਲਣ ਨਾਲ ਕੀ ਹੋ ਜੂ ਨਾਨੀ ਜੀ? ਕੋਲ ਖੜੇ ਦੀਪੇ ਨੇ ਪੁੱਛਿਆ। ਨਾਨੀ ਅਨੁਸਾਰ ਅਨੋਖਾ ਕਾਰੀਗਰ ਜਿਸ ਪੱਥਰੀ ਉੱਤੇ ਜੁੱਤੀਆਂ ਬਣਾਉਂਦਾ, ਰਾਤ ਨੂੰ ਉਸ ਦੇ ਹੇਠ ਦੀਵਾ ਬਾਲ ਕੇ ਹਰ ਰੋਜ਼ ਪਿੰਡ ਦੇ ਪਸ਼ੂਆਂ ਦੇ ਮਰਦੇ ਰਹਿਣ ਲਈ ਸੁੱਖਾਂ ਸੁੱਖਦਾ। ਸਮਝ ਗਏ ਦੀਪਾ ਹੱਸਿਆ। ਫਿਰ ਤੁਸੀਂ ਦੀਵਾ ਬਾਲ ਕੇ ਮਿੱਠੀ ਦਾ ਬੁਰਾ ਕਿਉਂ ਨਹੀਂ ਮੰਗਦੇ? ਉਸ ਦਾ ਅਗਲਾ ਪ੍ਰਸ਼ਨ ਸੀ ਵੀ ਮੈਂ ਉਹਦੇ ਵਰਗੀ ਕਮੀਨੀ ਆ? ਮੈਂ ਤਾਂ ਆਪਣੇ ਪੁੱਤਾਂ ਧੀਆਂ ਦਾ ਭਲਾ ਮੰਗਦੀ ਹਾਂ, ਬੁਰਾ ਕਿਸੇ ਦੁਸ਼ਮਣ ਦਾ ਵੀ ਨਹੀਂ। ਸਾਨੂੰ ਸਾਖੀਆਂ ਸੁਣਾਉਣ ਵਾਲੀ ਮੋਹ ਦੀ ਮੂਰਤ ਨਾਨੀ ਉਸ ਦਿਨ ਖਿਝ ਗਈ ਸੀ।
ਉਸ ਦੇ ਦੱਸਣ ਮੁਤਾਬਕ ਚੁੜੇਲਾਂ ਭੂਤਨੀਆਂ ਪੁੱਠ ਪੈਰੀਆਂ ਸਿਵਿਆਂ ਉਜਾੜਾਂ ਵਿੱਚ ਨਹੀਂ, ਨਗਰ ਖੇੜਿਆਂ ਵਿੱਚ ਵਸਦੀਆਂ। ਇਹ ਅਮਰ ਕੌਰ ਵਰਗੀਆਂ ਤੀਵੀਆਂ ਹੀ ਹੁੰਦੀਆਂ। ਸ਼ੈਤਾਨ ਦੀ ਟੂਟੀ ਆ ਹਰਨਾਮੇ ਲੰਬੜ ਦੀ ਚਿੱਟੀ, ਜਿਹਨੇ ਇਹਨੂੰ ਵੀ ਆਪਣੇ ਵਾਲੇ ਸਾਰੇ ਕੁਚੱਜ ਸਿਖਾ ਦਿੱਤੇ। ਵੇ ਪੁੱਤ, ਫੁੱਲਾਂ ਵਰਗੇ ਜਵਾਕਾਂ ਨੂੰ ਤਾਂ ਇਹ ਚੜੇਲਾਂ ਬਿੱਲੀ ਵਾਂਗੂ ਦੂਰੋਂ ਝਪੱਟਾ ਮਾਰਦੀਆਂ। ਨਾਨੀ ਆਪ ਵੀ ਦਹਿਲੀ ਹੋਈ ਸੀ। ਅੱਗੇ ਤੋਂ ਜਦੋਂ ਅਸੀਂ ਘਰੋਂ ਬਾਹਰ ਨਿਕਲਦੇ, ਵੱਡੀ ਨਾਨੀ ਸਾਡੀ ਜੇਬ ਵਿੱਚ ਦਾਣੇ ਪਾ ਦਿੰਦੀ, ਸਾਡੇ ਸਿਰ ਵਾਹ ਕੇ ਜੂੜੇ ਕਰਦੀ, ਕੰਨ ਪਿੱਛੇ ਕਾਲੇ ਟਿੱਕੇ ਲਾਉਣੋਂ ਨਾ ਭੁੱਲਦੀ, ਕੱਚਾ ਦੁੱਧ ਪੀਂਦੇ ਤਾਂ ਮੂੰਹ ਵਿੱਚ ਮਿੱਠਾ ਪਾਏ ਬਗੈਰ ਦਰਵਾਜ਼ਿਓਂ ਬਾਹਰ ਨਾ ਨਿਕਲਣ ਦਿੰਦੀ। ਐਕਣ ਨਹੀਂ ਕੁਛ ਵੀ ਹੁੰਦਾ ਦੋਤਿਓ, ਕਿਤੇ ਦਹਿਲ ਨਾ ਜਾਇਓ, ਕੰਠ ਕੀਤਾ ਜਪਜੀ ਸਾਹਿਬ ਪੜ੍ਹਿਆ ਕਰੋ, ਮੂੰਹ 'ਚ ਸਤਨਾਮ ਵਾਹਿਗੁਰੂ ਜਪਣ ਨਾਲ ਸਭੇ ਇੱਲ ਬਲਾਵਾਂ ਉਡੰਤਰ ਹੋ ਜਾਂਦੀਆਂ। ਸਾਊ ਨਾਨਾ ਨਸੀਹਤ ਦਿੰਦਾ, ਸਾਡਾ ਦਿਲ ਟਿਕਾਉਂਦਾ। ਨਾਮ ਜਪਣ ਨਾਲ ਸਾਡੇ ਕੰਨ ਪਾਟੇ ਮਾਸਟਰ ਦਾ ਡੰਡਾ ਵੀ ਗੁੰਮ ਹੋ ਜੂ। ਮੈਨੂੰ ਯਾਦ ਹੈ, ਮੈਂ ਪੁੱਛਿਆ, ਨਹੀਂ ਓਏ, ਨਾਨਾ ਘੁਰਕਿਆ, ਪੜ੍ਹਾਈ ਕਰਕੇ ਹੀ ਉਹ ਤੋਂ ਬਚੇਗਾ। ਉਹ ਹੱਸਿਆ। ਉਦੋਂ ਉਹ ਤਕੜਾ ਸੀ। ਜਦੋਂ ਮੈਂ ਉੱਧਰ ਜਾਂਦਾ ਤਾਂ ਆਪਣੇ ਬਾਪੂ ਬੀਬੀ ਨੂੰ ਯਾਦ ਕਰਕੇ ਅੱਖਾਂ ਭਰ ਲੈਂਦਾ, ਕੋਠੇ ਚੜ੍ਹ ਕੇ ਆਪਣੇ ਪਿੰਡ ਵੱਲ ਦੇਖਦਾ। ਸਾਊ ਨਾਨਾ ਮੇਰੇ ਮਨ ਦੀ ਭਾਸ਼ਾ ਸਮਝਦਾ। ਇੱਕ ਸਵੇਰ ਸਾਈਕਲ ਚੁੱਕਦਾ, ਮੈਨੂੰ ਪਿੱਛੇ ਬਿਠਾਉਂਦਾ ਅਤੇ ਆਪਣਾ ਘੋੜਾ ਛੱਡ ਦਿੰਦਾ। ਲਖਣਪੁਰ ਦੇ ਸੂਏ ਉੱਪਰਲੇ ਗੁਰਦੁਆਰੇ ਵਿੱਚ ਇਹ ਅਕਾਲੀ ਫੌਜਾਂ ਪਹਿਲਾ ਪੜਾਅ ਕਰਦੀਆਂ, ਜਿਵੇਂ ਨਾਨਾ ਮਸਤੀ ਵਿੱਚ ਆਖਦਾ। ਚੱਕਰਧਾਰੀ ਨਿਹੰਗ ਨੂੰ ਸਾਡਾ ਦੂਰੋਂ ਮੁਸ਼ਕ ਆ ਜਾਂਦਾ। ਦੋਹਾਂ ਤਰਫਾਂ ਤੋਂ ਗਰਜਵੀਂ ਫਤਿਹ ਬੁਲਾਉਣ ਨਾਲ ਸਾਰਾ ਆਲਾ ਦੁਆਲਾ ਗੂੰਜ ਉੱਠਦਾ। ਸੇਵਾਦਾਰ ਫਿਰ ਵੱਡੀ ਕੁੰਡੀ ਵਿੱਚ, ਜਿਸ ਨੂੰ ਉਹ ਸੁਨਹਿਰਾ ਆਖਦੇ, ਘੁੰਗਰੂ ਬੰਨ੍ਹਿਆ ਸੋਟਾ ਖੜਕਾਉਂਦਾ, ਅਜੀਬ ਰਾਗ ਛੇੜ ਦਿੰਦਾ। ਸੁੱਖ ਨਿਧਾਨ ਯਾਨੀ ਕਿ ਸੁੱਖਾ, ਖਸਖਸ ਮਗਜ਼ ਬਦਾਮ ਆਦਿ ਪਾ ਕੇ ਠੰਡਿਆਈ ਰਗੜਦਾ। ਜਦੋਂ ਘਿਸਾਉਣ ਰਗੜਨ ਨਾਲ ਇਹ ਗਾੜੀ ਚਿੱਕ ਜਿਹੀ ਬਣ ਜਾਂਦੀ ਤਾਂ ਸ਼ੱਕਰ ਪਾਉਂਦਾ, ਸਰਦਾਈ ਬਣਾਉਂਦਾ, ਚੋਖਾ ਦੁੱਧ ਮਿਲਾਉਂਦਾ। ਮੈਨੂੰ ਸੁੱਖੇ ਤੋਂ ਸੱਖਣੀ ਸਰਦਾਈ ਦੀ ਕੌਲੀ ਫੜਾਉਂਦੇ ਹੋਏ ਮਝੈਲ ਸਿੰਘ ਨੇ ਇੱਕ ਦਿਨ ਪੁੱਛਿਆ, ਤਾਲੀਮ ਦੀ ਪੌੜੀ ਦੇ ਕਿਸ ਡੰਡੇ 'ਤੇ ਚੜ੍ਹਿਆ ਏ ਭੁਚੰਗੀਆ? ਮੈਂ 7ਵੀਂ ਵਿੱਚ ਸਾਂ। ਖਾਲਸੇ ਨੇ ਹੱਸ ਕੇ ਸ਼ਾਬਾਸ਼ ਦਿੱਤੀ ਅਤੇ ਦੱਸਿਆ ਕਿ ਤਰੱਕੀ ਵਾਲਾ ਹਰੇਕ ਰਾਹ ਵਿੱਦਿਆ ਦੇ ਚੁਰਸਤੇ ਵਿੱਚੋਂ ਹੋ ਕੇ ਲੰਘਦਾ। ਗ੍ਰਹਿਣ ਕੀਤੀ ਤਾਲੀਮ ਬੰਦੇ ਨੂੰ ਉੱਥੇ ਅੱਪੜਦਾ ਕਰ ਦਿੰਦੀ ਜਿੱਥੇ ਸੈਂਕੜੇ ਮਿਲਖ ਜਾਗੀਰਾਂ ਨਹੀਂ ਪਹੁੰਚਾ ਸਕਦੀਆਂ। ਉਸ ਨੂੰ ਜਿਵੇਂ ਆਪ ਨਾ ਪੜ੍ਹ ਸਕਣ ਦਾ ਪਛਤਾਵਾ ਹੋਵੇ। ਜੇ ਬਿਹਤਰ ਜ਼ਿੰਦਗੀ ਜਿਉਣੀ ਹੈ ਤਾਂ ਇੱਕ ਇੱਕ ਕਰਕੇ ਪੜ੍ਹਾਈ ਵਾਲੇ ਡੰਡੇ ਚੜ੍ਹਦਾ ਜਾਵੀਂ, ਨਹੀਂ ਤੇ ਫਿਰ ਸਾਡੇ ਵਾਂਗੂ ਅਟੰਕ ਰਹਿਣਾ ਪਏਗਾ। ਜਦੋਂ ਛੋਟਾ ਨਾਨਾ ਦੇਗਾਂ ਛਕ ਕੇ ਭਰਪੂਰ ਹੋ ਜਾਂਦਾ ਤਾਂ ਉਹ ਆਪਣੇ ਸਾਈਕਲ ਦਾ ਫਿਟਫਿਟੀਆ ਬਣਾਉਂਦਾ, ਉੱਡਣ ਲੱਗਦਾ ਅਤੇ ਹੱਸਦਾ ਹੋਇਆ ਕਵਿਤਾ ਜੋੜ ਲੈਂਦਾ, ਤੇਰੇ ਪਿੰਡ ਨੂੰ ਪਾਸ਼ੀਆ ਵੇ, ਆਪਾਂ ਸਾਈਕਲ ਖੂਬ ਭਜਾਈਏ। ਥੱਕ ਜਾਂਦਾ ਤਾਂ ਰਾਹ ਤੋਂ ਇੱਕ ਪਾਸੇ ਬਿਰਛ ਦੀ ਓਟ ਵਿੱਚ ਖੜੋ ਕੇ ਕਸ਼ਹਿਰੇ ਦਾ ਨਾਲਾ ਖੋਲ੍ਹਦਾ, ਪਿਸ਼ਾਬ ਕਰਦਾ, ਫਿਰ ਪੈਰਾਂ ਤੱਕ ਡਿੱਗਦੇ ਨਾਲੇ ਦੇ ਆਪਣੇ ਲੰਬੇ ਕੱਛੇ ਉੱਪਰੋਂ ਲੱਕ ਦੁਆਲੇ ਕਈ ਲਪੇਟੇ ਮਾਰਦਾ ਮੈਨੂੰ ਪੁੱਛਦਾ, ਤੈਂ ਸ਼ਰਲਾ ਤਾਂ ਨਹੀਂ ਛੱਡਣਾ? ਤੂੰ ਵੀ ਹੌਲਾ ਹੋ ਲੈ, ਪਿਸ਼ਾਬ ਪਾਣੀ ਨਹੀਂ ਰੋਕੀਦਾ ਦੋਤਿਆ। ਉਜਾੜ ਬੀਆਵਾਨ ਵਿੱਚ ਇਕੱਲੇ ਸਜੇ ਬੈਠੇ ਚੱਕਰਧਾਰੀ ਖਾਲਸੇ ਦੇ ਸੋਹਿਲੇ ਸਾਰੇ ਰਾਹ ਗਾਈ ਜਾਂਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਵੇਰੇ ਪ੍ਰਕਾਸ਼ਣ ਮਗਰੋਂ ਵੱਡੀ ਨਹਿਰ ਵੱਲ ਨਿਕਲਦਾ, ਸੁੱਖੇ ਦੀਆਂ ਭਰੀਆਂ ਵੱਢ ਲਿਆਉਂਦਾ, ਇੱਕ ਕਮਰਾ ਭਰ ਲੈਂਦਾ, ਛੋਟੀਆਂ ਪੂਲੀਆਂ ਬਣਾ ਕੇ ਨੇੜੇ ਵਗਦੇ ਸੂਏ ਵਿੱਚ ਮਹੀਨਾ ਬੰਨ੍ਹ ਕੇ ਛੱਡ ਰੱਖਦਾ, ਸ਼ਾਮ ਵਿੱਚ ਸੁਕਾ ਝਾੜ ਕੇ ਬੋਰੀਆਂ ਭਰਦਾ। ਸਾਡੇ ਪਿੰਡੋਂ ਮੁੜਦੇ ਵਕਤ ਨਾਨਾ ਉਸ ਸੋਧੀ ਸਵਾਰੀ ਭੰਗ ਵਿੱਚੋਂ ਵੱਡਾ ਝੋਲਾ ਡੱਕ ਕੇ ਰਾਏਪੁਰ ਲੈ ਆਉਂਦਾ, ਮੌਜਾਂ ਕਰਦਾ ਜਿਵੇਂ ਮਝੈਲ ਸਿੰਘ ਕੋਲੋਂ ਉਸ ਨੂੰ ਕੌਰੂ ਦਾ ਖਜ਼ਾਨਾ ਮਿਲ ਗਿਆ ਹੁੰਦਾ। ਉਹ ਸਦਾ ਮਸਤ ਰਹਿੰਦਾ। ਉਸ ਦੇ ਸਾਹਮਣੇ ਬੇਸ਼ੱਕ ਦੋਹਾਂ ਨਾਨੀਆਂ ਦਾ ਜੱਫਾ ਲੱਗ ਜਾਂਦਾ। ਸ਼ਾਂਤੀ ਰੱਖੋ, ਸਮਾਈ ਰੱਖੋ, ਆਖਦਾ ਮੁਸਕਰਾਉਂਦਾ। ਤੂੰ ਤੁਰ ਜਾ ਸਿੱਧਾ ਹੋ ਕੇ, ਜਿੱਧਰ ਜਾਣਾ ਦਫਾ ਹੋ, ਮੇਰਾ ਤੂੰ ਕੁਛ ਨਹੀਂ ਲੱਗਦਾ। ਮੈਂ ਮਨ ਸਮਝਾ ਲਿਆ ਆਪਣਾ, ਇਸੇ ਨੂੰ ਦੇ ਦੇਈਂ ਸਾਰਾ ਕੁਛ, ਸਬਰ ਪਊਗਾ ਤੈਨੂੰ। ਇੱਕ ਦਿਨ ਮਿੱਠੀ ਨਾਨੀ ਕਚੀਚੀ ਵੱਟ ਕੇ ਬਚਨ ਸਿੰਘ ਉੱਪਰ ਝਪਟੀ। ਮੈਂ ਕਿਹਾ, ਇੱਥੇ ਕੌਣ ਕਿਸੇ ਦਾ ਕੁਛ ਲੱਗਦਾ ਹੈ, ਤੂੰ ਮੈਨੂੰ ਇਕੱਲੇ ਨੂੰ ਰੋਨੀ ਹੈ? ਸਭ ਰਿਣ ਬੰਧੂ ਸੰਸਾਰ ਹੈ ਭੋਲੀਏ।
ਉਹ ਆਪਣੇ ਚਰਨ ਸਿੰਘ ਪਿੱਪਲ ਕੰਨੀਓ ਦੇਖ ਲੈ, ਇਸ ਘਰ ਦੇ ਮੋਢੀ ਕੰਨੀ ਪੱਟੂ ਪਹਿਲਾਂ ਮਥੁਰਾ 'ਚ 3 ਜਨਾਨੀਆਂ ਛੱਡ ਕੇ ਆਇਆ, ਕੇਸਰ ਚੌਧਰੀ ਹੁਣ ਕਹਿੰਦਾ ਮਥੁਰਾ ਵਿੱਚ ਫੇਰ ਗੋਪਾਲ ਦਾਸ ਬਣ ਕੇ ਜੰਮਣਾ। ਇੱਧਰਲੀ 250 ਬਿੱਗੇ ਵੀ ਉਹਦੇ ਨੱਕ ਹੇਠ ਨਹੀਂ ਆਉਂਦੀ। ਹਾਵਸਾ ਦੇਖੋ ਤੁਸੀਂ ਕਿੰਨੀ ਹੈ, ਜਿਹੜੀ 2 ਜਨਮਾਂ 'ਚ ਸ਼ਾਂਤ ਨਹੀਂ ਹੋਈ। ਤੇਰੇ ਵਰਗੀ ਸਾਧਨੀ ਹੋਰ ਕਿਹੜੀ ਹੋ ਜੂ ਸਾਥੀ, ਜਿਸ ਨੇ ਇਸ ਇੱਕੋ ਜਨਮ 'ਚ ਹੀ ਆਪਣਾ ਮਨ ਸਮਝਾ ਲਿਆ। ਨਾਨਾ ਸਾਧਾਂ ਬੇਪਰਵਾਹਾਂ ਵਾਲੀ ਹਾਸੀ ਹੱਸਿਆ। ਖਬਰਦਾਰ ਜੇ ਮੈਨੂੰ ਸਾਥੀ ਆਖਿਆ, ਤੂੰ ਸਾਲਾ ਨਹੀਂ ਲੱਗਦਾ ਤੁਰਕੜਿਆ। ਸਾਥੀ ਪਤਾ ਕੌਣ ਹੁੰਦਾ? ਉਧਰ ਮਿੱਠੀ ਨਾਨੀ ਭਬੂਕੇ ਵਾਂਗ ਮੱਚਦੀ ਆਪਣੇ ਅੰਦਰ ਜਾ ਵੜੀ, ਜਿਵੇਂ ਕੱਛੂ ਆਪਣੀ ਦਾਤੀ ਸਮੇਟਦਾ, ਗੋਲ ਪਾਥੀ ਬਣ ਕੇ ਖੋਪਰੀ ਹੇਠ ਹੀ ਛਹਿ ਜਾਂਦਾ ਹੈ।